ਸਵਾਗਤ ਹੈ ਜੀ ਤੁਹਾਡਾ ਪੀਵੀਸੀ ਚੈਨਲ ਦੇ ਉੱਪਰ। ਲੈ ਕੇ ਆਏ ਹਾਂ ਤੁਹਾਡੇ ਵਾਸਤੇ ਪ੍ਰੋਗਰਾਮ ਸ਼ਾਈਨਿੰਗ ਲਾਈਟ, ਜਿਹਦੇ ਵਿੱਚ ਅਸੀਂ ਵੱਖਰੇ ਵੱਖਰੇ ਵਿਸ਼ਿਆਂ ਤੇ ਵਿਚਾਰ ਕਰਦੇ ਹੁੰਦੇ ਹਾਂ। ਅਸੀਂ ਉਹ ਜਿਹੜੀਆਂ ਵਿਚਾਰਾਂ ਚੱਲ ਰਹੀਆਂ ਉਹਨਾਂ ਨੂੰ ਕੰਟੀਨਿਊ ਰੱਖਾਂਗੇ, ਕਿਉਂਕਿ ਪਿਛਲੇ ਹਫ਼ਤੇ ਅਸੀਂ ਨਿਊ ਵਰਲਡ ਆਰਡਰ ਦੇ ਉੱਪਰ ਵਿਚਾਰ ਕੀਤੀ ਸੀਗੀ, ਪਰ ਉਹ ਵਿਚਾਰ ਖਤਮ ਨਹੀਂ ਹੋ ਸਕੀ। ਤੇ ਅਸੀਂ ਕੋਸ਼ਿਸ਼ ਕਰਾਂਗੇ ਅੱਜ ਵਾਲੇ ਪ੍ਰੋਗਰਾਮ ਦੇ ਵਿੱਚ ਨਿਊ ਵਰਲਡ ਆਰਡਰ ਨੂੰ ਥੋੜ੍ਹਾ ਜਿਹਾ ਹੋਰ ਡਿਟੇਲ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਸਾਡੇ ਨਾਲ ਅੱਜ ਫਿਰ ਤੋਂ ਗੈਸਟ ਮੌਜੂਦ ਹਨ, ਜਿਨ੍ਹਾਂ ਦੇ ਵਿੱਚ ਪਹਿਲਾਂ ਸੁਖਬੀਰ ਸਿੰਘ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਉਹਨਾਂ ਦੇ ਨਾਲ ਹੀ ਬੈਠੇ ਹਨ ਧਨਵੀਰ ਸਿੰਘ, ਤੇ ਉਹਨਾਂ ਨਾਲ ਵੀ ਫਤਿਹ ਦੀ ਸਾਂਝ ਪਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਆਪਾਂ ਪਿਛਲੇ ਹਫ਼ਤੇ ਇਸ ਪ੍ਰੋਗਰਾਮ ਪਿਛਲੇ ਹਫ਼ਤੇ ਵਾਲੇ ਪ੍ਰੋਗਰਾਮ ਦੇ ਵਿੱਚ ਨਿਊ ਵਰਲਡ ਆਰਡਰ ਬਾਰੇ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕੀਤੀ ਸੀ, ਜਿਹਦੇ ਵਿੱਚ ਲੂਮੀਨਾਟੀ ਬਾਰੇ ਗੱਲ ਕੀਤੀ ਸੀ, ਜਿਹਦਾ ਕਿ ਕਾਫੀ ਵਿਸਤਾਰ ਸਹਿਤ ਧਨਵੀਰ ਸਿੰਘ ਹੁਣੀ ਦੱਸਿਆ ਸੀਗਾ। ਉਸ ਤੋਂ ਇਲਾਵਾ ਅਸੀਂ ਰੌਥਸ਼ਾਇਲਡ ਫੈਮਿਲੀ ਬਾਰੇ ਗੱਲ ਕੀਤੀ ਸੀ, ਵੀ ਉਸ ਦੇ ਕਿੰਨੇ ਪੁੱਤਰ ਤੇ ਉਹ ਕਿਸ ਤਰ੍ਹਾਂ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਗਏ ਤੇ ਉੱਥੇ ਜਾ ਕੇ ਉਹਨੇ ਆਪਣੇ ਬਿਜ਼ਨਸ ਸਟਾਰਟ ਕੀਤੇ। ਤੇ ਅਸੀਂ ਉਸੇ ਗੱਲਬਾਤ ਨੂੰ ਕੈਰੀ ਔਨ ਰੱਖਦੇ ਹੋਏ ਤੇ ਸੁਖਬੀਰ ਸਿੰਘ ਕੋਲ ਪਹਿਲਾਂ ਜਾਂਦੇ ਹਾਂ ਤੇ ਉਹਨਾਂ ਤੋਂ ਪੁੱਛਣ ਦਾ ਕੋਸ਼ਿਸ਼ ਕਰਦੇ ਹਾਂ ਕਿ ਸੁਖਬੀਰ ਸਿੰਘ ਜੀ, ਤੁਹਾਡੇ ਕੋਲੋਂ ਮੈਂ ਇਹ ਪੁੱਛਣਾ ਚਾਹਾਂਗਾ ਕਿ ਰੌਥਸ਼ਾਇਲਡ ਫੈਮਿਲੀ ਦੇ ਇਲਾਵਾ, ਜਿੱਦਾਂ ਜਿਸ ਤਰ੍ਹਾਂ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਲੂਮੀਨਾਟੀ ਬਾਰੇ ਕੀਤੀ, ਰੌਥਸ਼ਾਇਲਡ, ਉਸ ਤੋਂ ਇਲਾਵਾ ਕੋਈ ਹੋਰ ਫੈਮਿਲੀਆਂ ਜਾਂ ਕੋਈ ਹੋਰ ਗਰੁੱਪ ਵੀ ਹਨ ਇਹਦੇ ਵਿੱਚ ਜਿਹੜੇ ਕਿ ਤੁਹਾਨੂੰ ਪਤਾ ਹੋਵੇ ਤਾਂ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰੋ। ਹਾਂਜੀ, ਦਾ ਫੋਰਥ ਰਾਈਕ ਹੋ ਗਿਆ, ਉਹ ਵੀ ਇੱਕ ਸੀਗਾ ਜਰਮਨੀ ਦਾ ਹੀ, ਤੇ ਹਿਟਲਰ ਦਾ ਟਾਈਮ ਸੀ, ਉਹ ਵੀ ਇੱਕ ਸੀਗਾ। ਇੱਕ ਫ੍ਰੀਮੇਸਨ ਦਾ ਕਹਿੰਦੇ ਸੀ, ਉਹ ਵੀ ਸੀਗਾ। ਕਾਫੀ ਇੱਦਾਂ ਦੇ ਗਰੁੱਪ ਹੈਗੇ ਸੀਗੇ, ਤਾਂ ਡਿਫਰੈਂਟ ਗਰੁੱਪ ਚੱਲਦੇ ਹੁੰਦੇ ਸੀ ਉਹ ਟਾਈਮ ਹੀ। ਤਾਂ ਉਹਨਾਂ ਨੇ ਸਾਰਿਆਂ ਨੇ ਹੌਲੀ ਹੌਲੀ ਆਪਣਾ ਆਈਡੀਆ ਜਿਹਾ ਬਣਾਤਾ। ਸਾਰਿਆਂ ਦੇ ਵੱਖਰੇ ਵੱਖਰੇ ਆਈਡੀਆ ਸੀਗੇ, ਪਰ ਹੁਣ ਜਿੱਦਾਂ ਟਾਈਮ ਵਧੀ ਗਿਆ ਹੁਣ ਉਹ ਚੇਂਜ ਹੋਈ ਗਿਆ ਹੌਲੀ ਹੌਲੀ। ਤਾਂ ਸਾਰਿਆਂ ਦੇ ਹੋਰ ਆਈਡੀਆ ਹੋ ਗਏ ਉਹ ਚੀਜ਼ਾਂ ਬਾਰੇ। ਇੱਦਾਂ ਆਪਾਂ ਇਲੂਮੀਨਾਟੀ ਦੇ ਬਾਰੇ ਗੱਲ ਕਰਦੇ ਹਾਂ, ਉਹਦੇ ਵਿੱਚ ਆਪਾਂ ਨੂੰ ਜ਼ਿਆਦਾ ਨਰਕ ਦੇ ਬਾਰੇ ਆ ਕਿ ਡਿਫਰੈਂਟ ਚੀਜ਼ਾਂ ਕਰਦੇ ਆ ਵਿੱਚ, ਇਹਦੀਆਂ ਨੋਰਮਲ ਨਹੀਂ ਆ। ਇਹਦੇ ਬਾਰੇ ਆਪਾਂ ਸੋਚਦੇ ਕਿ ਇਹ ਅਜੀਬ ਚੀਜ਼ ਆ, ਕਿ ਇਹ ਕਾਹਤੋਂ ਕਰਦੇ ਹੋਊਗੇ, ਕਾਹਤੋਂ ਇੱਦਾਂ ਬਣਾਇਆ ਹੋਊਗਾ। ਹੁਣ ਇਹ ਨਹੀਂ ਪਤਾ ਆਪਾਂ ਨੂੰ ਕਿ ਸੱਚੀ 'ਚ ਇੱਦਾਂ ਕਰਦੇ ਆ। ਇੱਦਾਂ ਫੋਰ ਐਗਜ਼ਾਮਪਲ ਕਹਿੰਦੇ ਆ ਕਿ ਜਿੱਦਾਂ ਟੂਣਾ ਟਾਣਾ ਵਗੈਰਾ ਇੱਦਾਂ ਦੀਆਂ ਚੀਜ਼ਾਂ ਵਿੱਚ ਹੁੰਦੀਆਂ ਆ। ਇੱਦਾਂ ਸੁਣੀਦਾ ਆਪਾਂ ਦੂਸਰੇ ਇਲੂਮੀਨਾਟੀ ਬਾਰੇ। ਤਾਂ ਫੋਰ ਐਗਜ਼ਾਮਪਲ ਜਿਹਦਾ ਮਾਈਕਲ ਜੈਕਸਨ ਸੀਗੇ, ਉਹਨੂੰ ਵੀ ਕਾਫੀ ਲੋਕ ਮੰਨਦੇ ਆ ਕਿ ਇਲੂਮੀਨਾਟੀ ਉਹਨੇ ਕੀਤੀ ਸੀ। ਇਲੂਮੀਨਾਟੀ ਦੇ ਨਾਲ ਇੰਨਾ ਉਹ ਚੜ੍ਹ ਗਿਆ, ਇੰਨਾ ਫੇਮਸ ਹੋ ਗਿਆ, ਤਾਂ ਉਹ ਮੰਨਦੇ ਆ ਕਿ ਉਹਨੇ ਡੀਲ ਕੀਤਾ ਸੀਗਾ, ਕਿ ਇਲੂਮੀਨਾਟੀ ਜੁਆਇਨ ਕਰਕੇ ਉਹਨੇ ਡੀਲ ਕੀਤਾ ਸੀਗਾ ਇੱਦਾਂ ਸੇਟਨ ਵਗੈਰਾ ਨਾਲ। ਕਿ ਹਾਂਜੀ, ਜਿਸ ਤਰ੍ਹਾਂ ਧਨਵੀਰ ਸਿੰਘ ਨੇ ਪਿਛਲੇ ਐਪੀਸੋਡ ਦੇ ਵਿੱਚ ਗੱਲ ਕੀਤੀ ਸੀਗੀ ਵੀ ਕੁਛ ਜਿਹੜੇ ਸਿੰਗਰ ਕਲਾਕਾਰ ਆ, ਉਹ ਜਿੱਦਾਂ ਵਿੱਚ ਰਿਹਾਨਾ ਵਗੈਰਾ ਦਾ ਨਾਮ ਲਿਆ ਸੀ, ਉਹਨੇ ਦੱਸਿਆ ਸੀ ਕਿ ਉਹ ਵੀ ਇਹਦੇ ਵਿੱਚ ਜਿੱਦਾਂ ਇਨਵੋਲਵ ਆ, ਇਹਦਾ ਇੱਕ ਪਾਰਟ ਮੰਨਿਆ ਜਾਂਦਾ। ਹਾਂਜੀ, ਉਹ ਫਿਰ ਉਹਨੇ ਡੀਲ ਕਰਕੇ ਤਾਂ ਹੁਣ ਉਹ ਇਲੇ ਯੰਗ ਮਰ ਗਿਆ। ਹਾਂਜੀ, ਕਿਉਂਕਿ ਉਹਦਾ ਐਵੀਡੈਂਸ ਵੀ ਨਹੀਂ ਦਿਖਾ ਲਿਆ ਕਿ ਕਿੱਦਾਂ ਮਰਿਆ, ਕਾਹਤੋਂ ਮਰਿਆ, ਉਹਦੇ ਹੀ ਬਣਾਇਆ ਦਿੱਤਾ ਆ। ਕੋਈ ਆਪਾਂ ਨੂੰ ਹੈ ਨਹੀਂ ਗਾ ਕਿ ਕਿੱਦਾਂ ਅਸਲੀਅਤ ਵਿੱਚ ਕਿੱਦਾਂ ਹੋਇਆ, ਕਿੱਦਾਂ ਨਹੀਂ। ਹੁਣ ਆਪਾਂ ਫੋਰ ਐਗਜ਼ਾਮਪਲ ਡੋਨਲਡ ਟਰੰਪ ਨੂੰ ਵੀ ਦੇਖਿਆ, ਕਈ ਲੋਕ ਇੱਦਾਂ ਵੀ ਮੰਨੂਗੇ ਕਿ ਡੋਨਲਡ ਟਰੰਪ ਨੇ ਵੀ ਡੀਲ ਕੀਤਾ ਆ ਇੰਨੀ ਛੇਤੀ, ਇੱਦਾਂ ਆਪਣੀ ਪਹੁੰਚਣ ਨੂੰ ਉੱਪਰ, ਇੱਦਾਂ ਮੈਂਟੈਲਿਟੀ ਦੇ ਹਿਸਾਬ ਨਾਲ। ਹਾਂਜੀ, ਚਾਹੇ ਉਹਨੂੰ ਬਿਜ਼ਨਸ ਦੇ ਤੌਰ ਤੇ ਲੈ ਲਈਏ, ਚਾਹੇ ਉਸ ਦਾ ਅਮਰੀਕਾ ਦਾ ਪ੍ਰੈਜ਼ੀਡੈਂਟ ਬਣ ਜਾਣਾ, ਉਹ ਵੀ ਹਿਲਰੀ ਕਲਿੰਟਨ ਦੇ, ਜਿਨ੍ਹਾਂ ਦਾ ਕਿ ਪ੍ਰੋਪਰ ਗਾਰਡ ਸੀਗਾ, ਤੇ ਜਿਹਦੇ ਜਿੱਤਣਾ ਤਾਂ ਇੱਕ ਪਾਸੇ, ਜਦ ਕਿ ਉਹਨੂੰ ਇਹ ਵੀ ਨਹੀਂ ਸੀ ਮੰਨਿਆ ਜਾਂਦਾ ਕਿ ਉਹ ਕੋਈ ਬਰਾਬਰ ਦਾ ਕੈਂਡੀਡੇਟ ਆ, ਕਿ ਉਹਦੇ ਬਰਾਬਰ ਵੀ ਖੜ ਸਕੂ। ਕੋਈ ਇਹ ਨਿਗਾ ਸੀ, ਕੋਈ ਉਹਨੂੰ ਕੰਪੀਟੀਟਰ ਨਹੀਂ ਸੀ ਮੰਨਿਆ ਜਾਂਦਾ ਹਿਲਰੀ ਕਲਿੰਟਨ ਦੇ। ਪਰ ਜਦੋਂ ਰਿਜ਼ਲਟ ਆਏ, ਉਹ ਸਵੇਰ ਨੂੰ ਜਦੋਂ ਰਿਜ਼ਲਟ ਉਹਨੇ ਦੇਖੇ ਤੇ ਉਹ ਸਾਰਾ ਕੁਛ ਡਿਫਰੈਂਟ ਰਿਜ਼ਲਟ ਸੀਗੇ, ਜਿਹੜੇ ਕਿ ਇਹਨੂੰ ਇੱਕ ਦਿਨ ਪਹਿਲਾਂ ਹੋਰ ਤਰੀਕੇ ਨਾਲ ਸੋਚਿਆ ਜਾਂਦਾ ਸੀ ਤੇ ਦੂਸਰੇ ਦਿਨ ਸਾਰੇ ਉਹ ਹੈਰਾਨੀਜਨਕ ਜਿਹੜੇ ਰਿਜ਼ਲਟ ਸਾਨੂੰ ਆਏ।
ਹਾਂਜੀ ਉਹਨਾਂ ਨੂੰ ਵੀ ਮੰਨਿਆ ਜਾ ਸਕਦਾ ਭਈ ਇੱਕ ਭਈ ਉਹ ਵੀ ਉਹਨਾਂ ਦਾ ਪਾਰਟ ਹੋ ਸਕਦੇ ਹਾਂਜੀ ਉਹਨੂੰ ਪਹਿਲਾਂ ਇੱਦਾਂ ਹੀ ਮੰਨਦੇ ਸੀਗੇ ਆਮ ਜਨਤਾ ਕਿ ਉਹ ਹੈਗਾ ਆ ਜੋਕ ਵਾਂਗੂ, ਤਾਂ ਜੋਕ ਵਾਂਗੂ ਸਮਝਦੇ ਸੀਗੇ ਕਿ ਹੱਸਦੇ ਹੁੰਦੇ ਸੀਗੇ ਕਿ ਉਹਨੇ ਬਣ ਜਾਣਾ, ਉਹ ਆਪਾਂ ਚੜਾਈਏ ਥੋੜ੍ਹੇ ਆ ਤਾਂ ਫਿਰ ਉਹਨੇ ਸੱਚੀ ਤਾਂ ਨਹੀਂ ਬਣਨਾ ਪਰ ਉੱਦਾਂ ਹੀ ਥੋੜ੍ਹਾ ਹੋ ਜਾਊਗਾ, ਤਾਂ ਫਿਰ ਅਸਲੀਅਤ ਵਿੱਚ ਬਣ ਵੀ ਗਿਆ, ਤਾਂ ਇੰਨਾ ਟਾਈਮ ਰਿਹਾ ਵੀ ਵਿੱਚ, ਫਿਰ ਇੱਦਾਂ ਮੰਨਦੇ ਆ ਕਿ ਇਹ ਹੋ ਨਹੀਂ ਸਕਦਾ। ਹਾਂ ਠੀਕ ਹੈ। ਤੇ ਸੋ ਇਹਨਾਂ ਦੇ ਨਾਲ ਜਿਹੜੀਆਂ ਇਹ ਫੈਮਿਲੀ ਜਿੱਦਾਂ ਰੋਇਸਚਾਈਲਡ ਦੇ ਨਾਲ ਇਹ ਬਿਲਡਰਬਰਗ ਗਰੁੱਪ ਵੀ ਇੱਕ ਨਾਂ ਜੋੜਿਆ ਜਾਂਦਾ। ਉਸ ਤੋਂ ਇਲਾਵਾ ਇੱਕ JP ਮੋਰਗਨ, ਸ਼ਾਇਦ ਤੁਸੀਂ ਜੇ ਪੜ੍ਹਿਆ ਹੋਵੇ ਕਿ JP ਮੋਰਗਨ ਬਾਰੇ ਇਹ ਕਿਹਾ ਜਾਂਦਾ ਆ ਕਿ ਜਿਹੜਾ ਅਸਲ ਵਿੱਚ ਟਾਈਟੈਨਿਕ ਅਸੀਂ ਸਾਰਿਆਂ ਨੂੰ ਉਹਦੇ ਬਾਰੇ ਪਤਾ ਆ, ਉਸ ਮੂਵੀ ਬਾਰੇ ਜਾਂ ਉਸ ਐਪੀਸੋਡ ਬਾਰੇ ਪਤਾ ਵੀ ਕੀ ਹੋਇਆ, ਜਦ ਕਿ ਇਹ ਵੀ ਕਿਹਾ ਜਾਂਦਾ ਕਿ ਮੈਂ ਕਿਤੇ ਪੜ੍ਹਿਆ ਵੀ JP ਮੋਰਗਨ ਹੋਣੀ ਅਸਲ ਵਿੱਚ ਜਿਹੜਾ ਟਾਈਟੈਨਿਕ ਸੀਗਾ ਉਹ ਨਹੀਂ ਸੀ ਡੁੱਬਿਆ, ਟਾਈਟੈਨਿਕ ਦੀ ਜਗ੍ਹਾ ਇੱਕ ਹੋਰ ਸ਼ਿਪ ਸੀਗਾ ਜਿਹੜਾ ਓਲੰਪਿਕ ਨਾਂ ਦਾ ਸ਼ਿਪ ਸੀਗਾ, ਉਹਨੇ ਸਵੈਪ ਕਰਕੇ ਉਹਨੂੰ ਡੁਬੋਇਆ ਸੀ। ਤੇ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਕਿ ਕੰਪੀਟੀਟਰ ਸੀ ਉਸ ਟਾਈਮ ਦੇ JP ਮੋਰਗਨ ਹੁਣਾਂ ਦੇ, ਉਹਨਾਂ ਉਹ ਰਿਚੈਸਟ ਲੋਕ ਸੀਗੇ, ਉਹਨਾਂ ਨੂੰ ਵੀ ਵਿੱਚ ਡੁਬੋਇਆ ਗਿਆ ਸੀਗਾ। ਸੋ ਇਹੋ ਜਿਹੀਆਂ ਵੀ ਕਿਆਸ ਰਾਈਆਂ, ਕਿਉਂਕਿ ਐਂਡ ਦੇ ਵਿੱਚ ਇਹਨਾਂ ਦੇ ਕੋਈ ਇਹੋ ਜਿਹਾ ਪ੍ਰੂਫ ਨਹੀਂ ਤੇ ਨਾ ਹੀ ਇਹ ਪ੍ਰੂਫ ਕਦੀ ਵੀ ਆਫੀਸ਼ੀਅਲ ਹੋ ਸਕਦੇ ਆ, ਕਿਉਂਕਿ ਜੇ ਅਸੀਂ ਇਹ ਮੰਨ ਕੇ ਚੱਲਦੇ ਆ ਕਿ ਕੋਈ ਸਾਨੂੰ ਪਿੱਛੋਂ ਕਮਾਂਡ ਕਰ ਰਿਹਾ ਤੇ ਪੋਸੀਬਲ ਨਹੀਂ ਵੀ ਇਹਨਾਂ ਚੀਜ਼ਾਂ ਨੂੰ ਅਸੀਂ ਆਫੀਸ਼ੀਅਲ ਕੋਈ ਬੰਦਾ ਵੀ ਅਨਾਉਂਸ ਕਰ ਸਕੇ। ਪਰ ਇੱਕ ਇਹ ਵੀ ਇੱਕ ਕਿਆਸ ਰਾਈ, ਇੱਕ ਸਿਰਫ ਥਿਊਰੀ ਆ ਭਈ ਉਹ ਵੀ ਜਿਹੜਾ ਸਿਰਫ ਉਹ ਇੰਸ਼ੋਰੈਂਸ ਦੇ ਪੈਸੇ ਲੈਣ ਬਾਰੇ, ਉਹ ਪੈਸੇ ਉਹਨੇ ਉਹ ਇੰਸ਼ੋਰੈਂਸ ਲੈਣ ਵਾਸਤੇ ਇਹ ਕੰਮ ਵੀ JP ਮੋਰਗਨ ਦੇ ਸਿਰ ਲੱਗਦਾ ਆ ਵੀ ਉਹ ਜਿਹੜਾ ਸ਼ਿਪ ਉਹ ਚੇਂਜ ਕੀਤਾ ਗਿਆ ਸੀ ਤੇ ਉਸ ਸ਼ਿਪ ਦੇ ਵਿੱਚ ਬਹੁਤ ਸਾਰੇ ਕੰਪੀਟੀਟਰ ਵੀ ਇਹੋ ਜਿਹੇ ਸੀ ਜਿਹੜੇ ਕਿ ਉਹ ਸ਼ਿਪ ਦੇ ਵਿੱਚ ਡੁੱਬ ਗਏ। ਹਾਂਜੀ ਹੁਣ ਇਹਦੇ ਵਿੱਚ ਕਿੰਨੀ ਕੁ ਸੱਚਾਈ ਆ ਤੇ ਕਿੰਨਾ ਕੁ ਇਹ ਉਹਦੇ ਬਾਰੇ ਆਪਾਂ ਕੋਈ ਪੱਕਾ ਨਹੀਂ ਦੱਸ ਸਕਦੇ, ਪਰ ਇਹ ਵੀ ਇੱਕ ਉਸ ਟੌਪਿਕ ਦੇ ਨਾਲ ਜਿਹੜੀ ਚੱਲਦੀ ਗੱਲ ਆ, ਚੱਲਦੀ ਥਿਊਰੀ ਆ, ਉਹਦੇ ਵਿੱਚ ਇਹ ਵੀ ਕਿਹਾ ਜਾਂਦਾ ਆ। ਹਾਂਜੀ ਉਸ ਤੋਂ ਇਲਾਵਾ ਇੱਕ ਰੌਕਫਿਲਰ, ਉਹ ਵੀ ਇੱਕ ਇਹੋ ਜਿਹਾ ਕਾਰੋਬਾਰੀ ਫੈਮਿਲੀ ਆ ਜਿਹਦਾ ਕਿ ਪੈਟਰੋਲ ਦੇ ਉੱਪਰ ਸਾਰਾ ਕੰਟਰੋਲ ਉਹਨਾਂ ਦਾ ਆ। ਸੋ ਜਿਹੜਾ ਮੇਨ ਮਕਸਦ ਸੀਗਾ ਇਸ ਵਿਸ਼ੇ ਤੇ ਗੱਲ ਕਰਨ ਦਾ, ਕਿਉਂਕਿ ਆਮ ਅੱਜ ਕੱਲ੍ਹ ਆਪਾਂ ਇਹ ਪਹਿਲਾਂ ਜਿੱਦਾਂ ਆਪਾਂ ਦੱਸਦੇ ਸੀ ਵੀ ਪਹਿਲਾਂ ਕੋਈ ਖਾਸ ਨਹੀਂ ਸੀ ਇਹ ਲੋਕਾਂ ਦੀ ਜ਼ੁਬਾਨ 'ਤੇ ਨਿਊ ਵਰਲਡ ਆਰਡਰ, ਪਰ ਹੁਣ ਨਿਊ ਵਰਲਡ ਆਰਡਰ ਦੀ ਆਮ ਲੋਕਾਂ ਦੇ ਵਿੱਚ ਬਹੁਤ ਚਰਚਾ ਸੁਣਦੇ ਆ। ਸੋ ਇਸ ਕਰਕੇ ਵੀ ਆਪਾਂ ਜ਼ਰੂਰਤ ਮਹਿਸੂਸ ਕੀਤੀ ਕਿ ਆਪਾਂ ਕੋਸ਼ਿਸ਼ ਕਰੀਏ ਵੀ ਇਸ ਟੌਪਿਕ 'ਤੇ ਗੱਲ ਕਰਨ ਦੀ। ਸੋ ਮੰਨਿਆ ਤਾਂ ਇਹ ਵੀ ਜਾਂਦਾ, ਕਿਉਂਕਿ ਬਾਅਦ ਵਿੱਚ ਮੈਂ ਤੁਹਾਡੇ ਵੱਲ ਸਵਾਲਾਂ 'ਤੇ ਆਵਾਂਗਾ, ਤੁਹਾਡੇ ਤੋਂ ਵੀ ਸਵਾਲ ਆਨਸਰ ਲੈਣ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਮੰਨਿਆ ਇਹ ਜਾਂਦਾ ਕਿਉਂਕਿ ਜਿੱਥੇ ਮੈਂ ਪੜ੍ਹਿਆ ਤਾਂ ਉਹਦੇ ਵਿੱਚ ਇਸ ਹਿਸਾਬ ਦੇ ਨਾਲ ਉਹਨੇ ਬਿਆਨ ਕੀਤਾ ਆ ਵੀ ਅਸਲ ਵਿੱਚ ਜਿਹੜੀਆਂ ਅਮਰੀਕਾ ਦੇ ਵਿੱਚ ਬ੍ਰਿਟਿਸ਼ ਕਲੋਨੀਆਂ ਹੋਈਆਂ ਉਹ ਵੀ ਇੱਕ ਇਸੇ ਨਿਊ ਵਰਲਡ ਆਰਡਰ ਦਾ ਹੀ ਪਾਰਟ ਹਨ, ਕਿਉਂਕਿ ਉਹਨਾਂ ਦਾ ਇਹਨਾਂ ਦੇ ਨਾਲੋਂ ਬਗਾਵਤ ਕਰਕੇ ਵੱਖਰੇ ਹੋ ਜਾਣਾ, ਕਿਉਂਕਿ ਕਿਹਾ ਜਾਂਦਾ ਵੀ ਇਹਨਾਂ ਨੂੰ ਨਾ ਕਰ ਦਿੱਤੀ ਵੀ ਅਸੀਂ ਤੁਹਾਨੂੰ ਜਿਹੜਾ ਉਹ, ਕਿਉਂਕਿ ਇਹ ਉੱਥੇ ਜਾ ਕੇ ਬ੍ਰਿਟਿਸ਼ ਅਮਰੀਕਾ 'ਚ ਚਲੇ ਗਏ ਤੇ ਉੱਥੇ ਜਾ ਕੇ ਉਹ ਉੱਥੇ ਦਾ ਟੈਕਸ ਬ੍ਰਿਟਿਸ਼ ਗੌਰਮੈਂਟ ਨੂੰ ਭੇਜ ਰਹੇ ਸੀ। ਤੇ ਉਹਨੇ ਇੱਕ ਸਮਾਂ ਆਇਆ 1700 ਸ਼ਾਇਦ 82 ਆ, ਕਿਉਂਕਿ ਮੈਨੂੰ ਐਗਜ਼ੈਕਟਲੀ ਉਹ ਡੇਟ ਯਾਦ ਨਹੀਂ, ਜੇ ਤੁਹਾਨੂੰ ਇਹਦੇ ਵਿੱਚ ਕੋਈ ਯਾਦ ਹੈਗੀ ਤਾਂ ਤੁਸੀਂ ਮੈਨੂੰ ਦੱਸ ਸਕਦੇ ਆ। ਉਹਨਾਂ ਨੇ ਉਹ ਟੈਕਸ ਦੇਣ ਤੋਂ ਮਨਾ ਕਰ ਦਿੱਤਾ ਤੇ ਉਹਨਾਂ ਦਾ ਇਹ ਪ੍ਰਚਾਰਿਆ ਗਿਆ ਕਿ ਉਹਨਾਂ ਨੇ ਫਰੀडम ਲੈ ਲਈ, ਜਦ ਕਿ ਇਸ ਚੀਜ਼ ਤੇ ਜਿਹੜਾ ਕਟਾਕਸ਼ ਕੀਤਾ ਜਾਂਦਾ ਤੇ ਉਹ ਇਹ ਕੀਤਾ ਜਾਂਦਾ ਆ ਵੀ ਉਹ ਅਸਲ ਦੇ ਵਿੱਚ ਫਰੀडम ਨਹੀਂ ਸੀ ਲਈ, ਅਸਲ ਦੇ ਵਿੱਚ ਇਸ ਕਰਕੇ ਸੀ ਜੇ ਅਗਰ ਉਹ ਬ੍ਰਿਟਿਸ਼ਾਂ ਦੇ ਨਾਲ ਜੁੜ ਕੇ ਰਹਿੰਦੇ ਆ ਤੇ ਅਮਰੀਕਨ ਦੇ ਵਿੱਚ ਕਦੀ ਵੀ ਆਪਣੀ ਫਰੀडम ਵਾਸਤੇ ਡ੍ਰੀਮ ਲੈ ਸਕਦੇ ਆ ਉਹ। ਹਾਂਜੀ ਉਹਦੇ ਵਿੱਚ ਹੋ ਸਕਦਾ ਉਹਨਾਂ ਨੂੰ ਫਿਊਚਰ 'ਚ ਛੱਡਣਾ ਪਵੇ, ਪਰ ਉਹਦੇ ਲਈ ਇਹਨੇ ਇੱਕ ਨਵੀਂ ਪਾਲਿਸੀ ਵਰਤੀ ਕਿ ਉਹਦੇ ਵਿੱਚ ਉਹਨੇ ਇਹ ਕੀਤਾ ਕਿ ਕਿਉਂ ਨਾ ਅਸੀਂ ਆਪਣੇ ਆਪ ਨੂੰ ਹੀ ਅਮਰੀਕਨ ਘੋਸ਼ਿਤ ਕਰ ਦਈਏ। ਤੇ ਉਹਨੇ ਕਿਹਾ ਨਹੀਂ, ਅਸੀਂ ਅਮਰੀਕਨ ਆ ਤੇ ਅਸੀਂ ਅਮਰੀਕਾ ਨਾਲ ਰਲ ਗਏ ਤੇ ਅਸੀਂ ਤੁਹਾਡੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ। ਉਸ ਚੀਜ਼ ਨੂੰ ਵਿੱਚੋਂ ਇਹ ਕਿਹਾ ਜਾਂਦਾ ਕਿ ਉਹ ਅਸਲ ਵਿੱਚ ਮਕਸਦ ਇਹ ਸੀ ਕਿ ਆਪਣੇ ਬੰਦਿਆਂ ਨੂੰ ਉੱਥੇ ਦੇ ਪੱਕੇ ਸਥਾਈ ਨਿਵਾਸੀ ਬਣਾ ਦਿੱਤਾ ਜਾਵੇ। ਸੋ ਇਹ ਵੀ ਇੱਕ ਪੁਆਇੰਟ ਕਿਹਾ ਜਾਂਦਾ। ਤੇ ਇਹ ਜਿਹੜਾ ਨਿਊ ਵਰਲਡ ਆਰਡਰ ਉੱਥੋਂ ਤੋਂ ਹੀ ਸਟਾਰਟ ਹੋ ਗਿਆ ਸੀ।
ਉੱਥੋਂ ਹੀ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਪਿਛਲੇ ਐਪੀਸੋਡ ਦੇ ਵਿੱਚ ਵੀ, ਰੋਇਥ ਚਾਈਲਡ ਫੈਮਿਲੀ ਜਿਹੜੀ ਹੋਂਦ ਵਿੱਚ ਆਈ, ਉਸ ਦੇ ਨਾਲ ਜਿਹੜੇ ਹੈ ਬਿਲਡਬਰਗ ਗਰੁੱਪ ਹੋਇਆ, ਜਾਂ ਜਿਹੜੇ ਰੌਕਫਿਲਰ ਦੀ ਆਪਾਂ ਗੱਲ, ਜਾਂ JP ਮੋਰਗਨ ਦੀ ਗੱਲ ਕਰਦੇ, ਜਾਂ ਫਿਰ ਜਿਹੜੀ ਤੁਸੀਂ ਫੋਰਥ ਰੇਚ ਦੀ ਗੱਲ ਕੀਤੀ ਆ, ਇਹ ਫੈਮਲੀਆਂ ਨੇ ਜੁਆਇੰਟ ਕਰਕੇ ਹੌਲੀ ਹੌਲੀ ਸਾਰੇ ਪਾਸੇ ਆਪਣਾ ਫੈਲਾ ਕਰ ਲਿਆ। ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਭਈ ਆਪਣੇ ਜਿਹੜੇ ਦੂਸਰੇ ਕੰਟਰੀਆਂ ਨੂੰ ਆ ਉਹਨਾਂ ਨੂੰ ਫਾਈਨੈਂਸ ਹੈਲਪ ਕੀਤੀ, ਜਿਹਨੂੰ ਕਿ ਆਪਾਂ ਆਪਣੇ ਜਿਸ ਤਰ੍ਹਾਂ ਜੇ ਹੁਣ ਆਪਾਂ ਆਪਣੇ ਸਰੋਤਿਆਂ ਨੂੰ ਸਮਝਾਉਣਾ ਚਾਹੀਏ ਤਾਂ ਉਹਨਾਂ ਨੂੰ ਸਮਝਾਉਣ ਵਾਸਤੇ ਸਭ ਤੋਂ ਮੈਨੂੰ ਲੱਗਦਾ ਬੈਸਟ ਉਦਾਹਰਨ ਜਿਹੜੀ ਚੰਗੀ ਐਗਜ਼ਾਮਪਲ ਆ ਉਹ ਇਹ ਹੋ ਸਕਦੀ ਆ ਭਈ ਉਹਨਾਂ ਨੇ ਈਸਟ ਇੰਡੀਆ ਕੰਪਨੀ ਜਿਹੜੀ ਆ, ਬ੍ਰਿਟਿਸ਼ ਲੋਕ ਈਸਟ ਇੰਡੀਆ ਕੰਪਨੀ ਦੇ ਨਾਂ ਤੇ ਇੰਡੀਆ ਵਿੱਚ ਦਾਖਲ ਹੁੰਦੇ ਆ, ਉੱਥੇ ਜਾ ਕੇ ਇਹ ਕਹਿੰਦੇ ਆ ਭਈ ਆਪਾਂ ਇੱਥੇ ਵਪਾਰ ਕਰਨਾ ਆ, ਸੋ ਉੱਥੇ ਉਹ ਚਲੇ ਗਏ। ਇਹਨਾਂ ਨੇ ਕੀ ਕੀਤਾ, ਜਿਹੜੇ ਉੱਥੇ ਦੀਆਂ ਕੋਈ ਛੋਟੀਆਂ ਰਿਆਸਤਾਂ, ਛੋਟੇ ਰਾਜੇ, ਉਹਨਾਂ ਨੂੰ ਸਪੋਰਟ ਕਰਨੀ ਸ਼ੁਰੂ ਕਰ ਦਿੱਤੀ, ਉਹਨਾਂ ਨੂੰ ਫਾਈਨੈਂਸ ਕਰਨੀ ਸ਼ੁਰੂ ਕਰ ਦਿੱਤੀ, ਤੇ ਹੌਲੀ ਹੌਲੀ ਉਹਨਾਂ ਨੂੰ ਆਪਣੇ ਕਰਜ਼ਾਈ ਕਰ ਲਿਆ। ਜਦੋਂ ਕਰਜ਼ਾਈ ਹੋ ਗਏ ਤੇ ਉਹ ਇਹਨਾਂ ਤੇ ਡਿਪੈਂਡਡ ਹੋ ਗਏ, ਤੇ ਕੋਸ਼ਿਸ਼ ਕੀਤੀ ਭਈ ਉਹਨਾਂ ਨੂੰ ਵੱਧ ਤੋਂ ਵੱਧ ਕਰਜ਼ਾਈ ਕੀਤਾ ਜਾਵੇ ਤੇ ਉਹ ਕਰਜ਼ਾਈ ਹੋ ਕੇ ਸਾਡੇ ਤੇ ਡਿਪੈਂਡਡ ਹੋ ਜਾਣ। ਤੇ ਉਸ ਤੋਂ ਇਲਾਵਾ ਜਿਹੜੇ ਕੋਈ ਛੋਟੇ ਰਾਜੇ ਸੀ, ਕਿਉਂਕਿ ਉਸ ਟਾਈਮ ਇੱਕ ਸਿਸਟਮ ਰਾਜਿਆਂ ਦਾ ਚੱਲਦਾ ਸੀ ਵੀ ਰਾਜਾ ਜਿਹੜਾ ਤਕੜਾ ਸੀ ਉਹ ਮਾੜੇ ਨੂੰ ਆਪਣੇ ਕੰਟਰੋਲ 'ਚ ਕਰ ਲੈਂਦਾ ਸੀ, ਸੋ ਮਾੜੇ ਰਾਜਿਆਂ ਵਾਸਤੇ ਇੱਕੋ ਇੱਕ ਸੋਲਿਊਸ਼ਨ ਹੁੰਦਾ ਸੀ ਵੀ ਉਹ ਉਹਨਾਂ ਰਾਜਿਆਂ ਨੂੰ ਆਪਣੇ ਵੱਡੇ ਉਹ ਜਿਹੜੇ ਛੋਟੇ ਰਾਜੇ ਵੱਡੇ ਰਾਜਿਆਂ ਨਾਲ ਇੱਕ ਆਪਣੀ ਸੰਧੀ ਕਰ ਲੈਣ, ਤੇ ਤਾਂ ਉਹਦੇ ਵਿੱਚ ਕੁਛ ਸਮਝੌਤੇ ਕਰ ਲੈਣ ਤੇ ਕੁਛ ਟੈਕਸ ਉਹਨਾਂ ਨੂੰ ਦੇ ਕੇ ਤੇ ਉਹਨਾਂ ਨੂੰ ਆਪਣੇ ਰੱਖਿਆ ਦੀ ਜ਼ਿੰਮੇਵਾਰੀ ਉਹਨਾਂ ਨੂੰ ਦੇ ਦੇਣ। ਸੋ ਸੇਮ ਚੀਜ਼ ਇਹਨੇ ਵੀ ਕੀਤੀ, ਉਹਨਾਂ ਨੂੰ ਰੱਖਿਆ ਦੀ ਇੱਕ ਭਰੋਸਾ ਦੇ ਕੇ ਇਹਨਾਂ ਨੇ ਆਪਣੇ ਆਪ ਨੂੰ ਹੌਲੀ ਹੌਲੀ ਉਹਨਾਂ ਤੇ ਕਾਬਜ਼ ਕੀਤਾ। ਤੇ ਉਸ ਤੋਂ ਬਾਅਦ ਸਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਇਹਨੇ ਹੌਲੀ ਹੌਲੀ ਬਜਾਏ ਕਿ ਡਾਂਗਾਂ ਨਾਲ ਲੜਨ ਦੇ ਇਹਨੇ ਹੌਲੀ ਹੌਲੀ ਸਾਰੇ ਇੰਡੀਆ ਨੂੰ ਕਵਰ ਕੀਤਾ, ਇਸੇ ਤਰ੍ਹਾਂ ਵਰਲਡ ਵਾਈਡ ਹੋਰਾਂ ਨੂੰ ਵੀ ਕਵਰ ਕਰ ਲਿਆ। ਸੋ ਇਹਦੇ ਬਾਰੇ ਮੈਂ ਤਨਵੀਰ ਸਿੰਘ ਕੋਲ ਜਾਣਾ ਚਾਹੂੰਗਾ ਵੀ ਜੇ ਉਹ ਇਹਦੇ ਵਿੱਚ ਕੁਝ ਹੋਰ ਐਡ ਕਰਨਾ ਚਾਹੁੰਦੇ ਹੋਣ ਜਿਹਦੇ ਬਾਰੇ ਉਹਨਾਂ ਨੂੰ ਕੋਈ ਵੱਖਰੇ ਤਰੀਕੇ ਨਾਲ ਜਾਂ ਵੱਖਰੀ ਜਾਣਕਾਰੀ ਹੋਵੇ ਜਿਹੜੀ ਕਿ ਉਹ ਨਹੀਂ ਪੜ੍ਹੀ, ਸੋ ਤੁਸੀਂ ਇਹਦੇ ਬਾਰੇ ਜੇ ਕੁਝ ਦੱਸਣਾ ਚਾਹੋ। ਹਾਂਜੀ, ਇਹ ਵਾਲਾ ਜਿਹੜਾ ਤੁਸੀਂ ਕਹਿ ਕੇ ਹਟੇ ਆ ਵੀ ਜਿਹੜਾ ਵੀ ਛੋਟੇ ਰਾਜਿਆਂ ਦੇ ਕੋਲ ਜਾ ਕੇ ਉਹਨਾਂ ਨੂੰ ਜਿੱਦਾਂ ਪੈਸੇ ਦੇ ਨਾਲ ਦੇਖ ਕੇ ਵੀ ਉਹ ਕੁਝ ਜਿੱਦਾਂ ਉਹਨਾਂ ਦੀ ਵੀ ਪਾਵਰ ਥੋੜ੍ਹੀ ਜਿਹੀ ਹੋਵੇ ਪਰ ਉਸ ਦੇ ਨਾਲ ਉਹਨਾਂ ਨੂੰ ਆਪਣੇ ਆਪ ਤੇ ਡਿਪੈਂਡੈਂਟ ਕਰਨਾ, ਇਹ ਸੇਮ ਹੀ ਤਰੀਕਾ ਜਿਹੜਾ ਸੁਖਵੀਰ ਜੀ ਨੇ ਕਿਹਾ ਸੀਗਾ ਵੀ ਜਿਹੜਾ ਉਹਨਾਂ ਨੇ ਇੱਕ ਸੇਟਨ ਦੇ ਨਾਲ, ਸੇਟਨ ਮੇਰੇ ਹਿਸਾਬ ਨਾਲ, ਬਾਕੀ ਮੇਰੀ ਓਪੀਨੀਅਨ ਆ, ਮੇਰੇ ਹਿਸਾਬ ਨਾਲ ਸੇਟਨ ਅਸਲੀ ਜਿਹੜਾ ਸੇਟਨ ਦੀ ਬਜਾਏ ਇਹਨੂੰ ਇੱਕ ਆਈਡੀਆ ਦਿੱਤਾ ਗਿਆ ਆ ਜਿਹੜਾ ਸੇਟਨ ਦੇ ਨਾਲ ਡੀਲ ਕਰਨੀ ਆ, ਇੱਕ ਇੰਗਲਿਸ਼ ਵਿੱਚ ਕਹਾਵਤ ਆ ਉਹ ਇਹ ਆ ਵੀ ਤੁਸੀਂ ਕਿਸੇ ਪਾਵਰਫੁਲ ਬੰਦੇ ਦੇ ਨਾਲ ਤੁਸੀਂ ਜਿੱਦਾਂ ਉਹਨਾਂ ਨਾਲ ਡੀਲ ਕਰਨੀ। ਸੋ ਇਹਦੇ ਵਿੱਚ ਇਹ ਵੀ ਹੋ ਸਕਦਾ ਵੀ ਫੋਰ ਐਗਜ਼ਾਮਪਲ ਮੈਂ ਇੱਕ ਆਰਟਿਸਟ ਆ, ਮੈਂ ਫੇਮਸ ਬਣਨਾ ਚਾਹੁੰਦਾ ਆ, ਇਹ ਮੇਰੇ ਕੋਲ ਆਉਂਦਾ ਆ, ਇਹ ਕਹਿੰਦਾ ਮੈਂ ਤੈਨੂੰ ਪੈਸੇ ਦਊਗਾ, ਮੈਂ ਤੇਰੀ ਹੁਣ ਹੈਲਪ ਕਰ ਦੂੰਗਾ, ਪਰ ਜਦੋਂ ਮੈਨੂੰ ਤੇਰੀ ਲੋੜ ਹੋਈ ਤੈਨੂੰ ਮੇਰੇ ਤੇ ਕਰਨਾ ਪੈਣਾ। ਤੁਸੀਂ ਇੱਕ ਵਾਰੀ ਕਰਜ਼ਾਈ ਬਣ ਜਾਂਦੇ ਆ। ਸੋ ਤਾਂ ਕਰਕੇ ਕਿਹਾ ਜਾਂਦਾ ਵੀ ਮਾਈਕਲ ਜੈਕਸਨ ਜਾਂ ਰਿਆਨਾ ਜਾਂ ਬਿਯੋਂਸੇ ਇਹਨਾਂ ਨੇ ਜਦੋਂ ਬਣਨਾ ਚਾਹੁੰਦੇ ਸੀ ਫੇਮਸ, ਉਹਨਾਂ ਨੇ ਉਹਨਾਂ ਤੋਂ ਹੈਲਪ ਲੈ ਲਈ, ਪਰ ਤੁਸੀਂ ਆਪਣਾ ਇੱਕ ਤਰੀਕੇ ਦਾ ਸੋਲ ਤੁਸੀਂ ਉਹਨਾਂ ਨਾਲ ਕਨੈਕਟ ਹੋ ਜਾਂਦਾ ਹੈ ਕਿਉਂਕਿ ਤੁਸੀਂ ਹੁਣ ਉਹਦੇ ਤੇ ਡਿਪੈਂਡੈਂਟ ਆ। ਜੇ ਉਹ ਤੁਹਾਨੂੰ ਕਹੋਗੇ ਵੀ ਹਾਂ ਵੀ ਹੁਣ ਤੁਸੀਂ ਇਹ ਚੀਜ਼ ਪ੍ਰਮੋਟ ਕਰਨੀ ਆਪਣੇ ਫੈਨਾਂ ਨੂੰ ਤਾਂ ਉਹਨਾਂ ਨੂੰ ਫਿਰ ਕਰਨਾ ਹੀ ਪੈਣਾ। ਮੇਰੇ ਹਿਸਾਬ ਦੇ ਨਾਲ ਇਹ ਜਿੱਦਾਂ ਮੇਨ ਜਿੱਦਾਂ ਜੇ ਇਲੂਮੀਨਾਟੀ ਹੈਗੇ ਆ ਤਾਂ ਸੱਚੀ ਵਿੱਚ ਕੰਟਰੋਲ ਕਰਦੇ ਆ, ਇਸ ਤਰੀਕੇ ਨਾਲ ਉਹਨਾਂ ਨੇ ਪਾਵਰ 'ਚ ਕੀਤਾ ਹੈ। ਕਿਉਂਕਿ ਜੇ ਤੁਸੀਂ ਪਾਵਰ ਦੇ ਵਿੱਚ ਆ ਤੇ ਤੁਸੀਂ ਪਬਲਿਕ ਵਿੱਚ ਆ ਤਾਂ ਤੁਸੀਂ ਨੰਬਰ 1 ਟਾਰਗੇਟ ਬਣ ਜਾਂਦੇ ਆ। ਕੋਈ ਵੀ ਚੀਜ਼ ਦੇਸ਼ ਵਿੱਚ ਗਲਤ ਆ ਆਪਾਂ ਕਿਹਨੂੰ ਕਹਿੰਦੇ ਵੀ ਇਹਨਾਂ ਦੀ ਗਲਤੀ ਆ, ਪ੍ਰਾਈਮ ਮਿਨਿਸਟਰ ਜਾਂ ਪ੍ਰੈਸੀਡੈਂਟ ਨੂੰ। ਸੋ ਜੇ ਤੁਹਾਡੇ ਕੋਲ ਇੰਨੀ ਪਾਵਰ ਹੈਗੀ ਆ ਤੇ ਤੁਹਾਡੇ ਕੋਲ ਚੋਇਸ ਹੈਗੀ ਆ ਵੀ ਤੁਸੀਂ ਪਰਦੇ ਦੇ ਪਿੱਛੇ ਰਹਿ ਕੇ ਪਰ ਸਾਰਾ ਕੁਝ ਕੰਟਰੋਲ ਕਰ ਸਕਦੇ ਆ ਤਾਂ ਤੁਸੀਂ ਹਮੇਸ਼ਾ ਉਹ ਵਾਲੀ ਵਰਤੋਗੇ। ਸੋ ਉਸ ਦੇ ਵਿੱਚ ਇਹ ਹੋ ਜਾਂਦਾ ਵੀ ਤੁਸੀਂ ਕੁਝ ਪੋਲੀਟੀਕਲ ਪਾਰਟੀ ਨੂੰ ਫੰਡ ਕਰਕੇ ਉਹਨਾਂ ਨੂੰ ਇਹ ਕਹਿ ਦੇਣਾ ਵੀ ਹਾਂ ਆਪਾਂ ਤੁਹਾਨੂੰ ਇੰਨੀ ਫੰਡਿੰਗ ਦਊਗੇ, ਪਰ ਜੇ ਆਪਾਂ ਤੁਹਾਨੂੰ ਕਿਹਾ ਵੀ ਇਹ ਵਾਲਾ ਲਾਅ ਬਣਾਉਣਾ ਹੈ ਤਾਂ ਤੁਹਾਨੂੰ ਬਣਾਉਣਾ ਪੈਣਾ ਆ, ਤਾਂ ਉਸ ਪਾਰਟੀ ਨੇ ਵੀ ਕਰ ਲੈਣਾ ਹੈ। ਕਿਉਂਕਿ ਜਦੋਂ ਇੰਨਾ ਉੱਪਰ ਬੰਦਾ ਪਹੁੰਚ ਜਾਂਦਾ ਆ, ਕੁਝ ਵਾਰੀ ਤਾਂ ਐਸਾ ਹੀ ਹੈ ਵੀ ਕਈ ਵਾਰੀ ਤੁਹਾਡੀ ਮੈਂਟੈਲਿਟੀ ਉੱਦਾਂ ਦੀ ਹੋਣੀ ਚਾਹੀਦੀ ਹੈ, ਕਈ ਵਾਰੀ ਤੁਹਾਡੀ ਮੈਂਟੈਲਿਟੀ ਕਰਪਟ ਹੋ ਜਾਂਦੀ ਆ। ਤੁਹਾਡੀ ਮੈਂਟੈਲਿਟੀ ਹਮੇਸ਼ਾ ਇਹ ਬਣਨੀ ਹੋ ਜਾਂਦੀ ਵੀ ਮੈਨੂੰ ਪਾਵਰ ਦੀ ਲੋੜ ਹੈ, ਤੁਹਾਨੂੰ ਥੋੜ੍ਹੀ ਜਿਹੀ ਵੀ ਪਾਵਰ ਮਿਲਣੀ ਸ਼ੁਰੂ ਹੋ ਜਾਵੇ ਤੁਹਾਡੇ ਸਿਰ ਨੂੰ ਲੱਗ ਜਾਂਦੀ ਆ। ਸੋ ਜਦੋਂ ਇਹ ਡੀਲਾਂ ਆਉਂਦੀਆਂ ਆ
ਜਿੱਦਾਂ ਜਾਂ ਇਲੂਮੀਨਾਟੀ ਨਾਲ ਜਾਂ ਰੋਥਸ਼ਾਇਲਡ ਜਿਹੜੀ ਵੀ ਪਾਸਿਓਂ ਆਉਂਦੀ ਆ ਤੇ ਤੁਸੀਂ ਉੱਪਰ ਤੱਕ ਪਹੁੰਚਣਾ ਚਾਹੁੰਦੇ ਤਾਂ ਤੁਸੀਂ ਇਹ ਡੀਲਾਂ ਲੈ ਲੈਂਦੇ ਆ। ਸੋ ਮੇਰੇ ਹਿਸਾਬ ਦੇ ਨਾਲ ਜੇ ਐਸੀ ਕੋਈ ਗਰੁੱਪ ਹੈਗਾ ਹੈ ਜਿਹੜਾ ਕੰਟਰੋਲ ਵਰਲਡ ਨੂੰ ਕਰਦਾ ਤੇ ਇਸ ਰਾਹੀਂ ਕਰਦਾ ਆ, ਜਿਹੜੇ ਸੇਮ ਤਰੀਕੇ ਦੇ ਨਾਲ ਰਾਜਾ ਨਾਲ ਕੀਤਾ ਸੀਗਾ ਜਦੋਂ ਈਸਟ ਇੰਡੀਆ ਕੰਪਨੀ ਹੁੰਦੀ ਸੀਗੀ, ਉਹੋ ਹੀ ਸੇਮ ਤਰੀਕੇ ਦੇ ਨਾਲ ਅੱਜ ਕੱਲ੍ਹ ਬੈਂਕਾਂ ਦੇ ਰਾਹੀਂ, ਕਿਉਂਕਿ ਜੇ ਤੁਸੀਂ ਕਿਸੇ ਕੰਟਰੀ ਦੀ ਫਾਈਨੈਂਸ ਨੂੰ ਕੰਟਰੋਲ ਕਰ ਸਕਦੇ ਤਾਂ ਤੁਸੀਂ ਉਸ ਕੰਟਰੀ ਨੂੰ ਕੰਟਰੋਲ ਕਰ ਸਕਦੇ ਸੀ। ਇਹ ਇੱਕ ਰੋਥਸ਼ਾਇਲਡ ਦਾ ਸਟੇਟਮੈਂਟ ਸੀਗਾ। ਸੋ ਉਸ ਹੀ ਸੇਮ ਤਰੀਕੇ ਦੇ ਨਾਲ ਇਲੂਮੀਨਾਟੀ ਨੇ ਪੂਰੀ ਦੁਨੀਆ ਨੂੰ ਆਪਣੇ ਹੱਥ 'ਚ ਲਿਆਂਦਾ ਗਿਆ ਸੀਗਾ। ਜਿਹੜੀ ਗੱਲ ਹੈਗੀ ਆ ਨਿਊ ਵਰਲਡ ਆਰਡਰ ਦੀ, ਉਹਦੇ ਬਾਰੇ ਮੈਂ ਕੁਝ ਕਹਿਣਾ ਚਾਹੁੰਦਾ ਸੀਗਾ ਵੀ ਨਿਊ ਵਰਲਡ ਆਰਡਰ ਦਾ ਇਹ ਸੀਗਾ ਵੀ ਪੂਰੀ ਦੁਨੀਆ ਨੂੰ ਇੱਕ ਹੀ ਇੱਕ ਗਵਰਨਮੈਂਟ, ਜਿੱਦਾਂ ਇੱਕ ਗਵਰਨਮੈਂਟ, ਇੱਕ ਕਰੰਸੀ ਤੇ ਇੱਕ ਲੈਂਗੁਏਜ ਵੀ ਅਸੀਂ ਕਹਿ ਸਕਦੇ, ਕਿਉਂਕਿ ਜਿਸ ਤਰ੍ਹਾਂ ਜੇ ਅਸੀਂ ਇੰਗਲਿਸ਼ ਨੂੰ ਦੇਖੀਏ ਉਹ ਇੱਕ ਇੰਟਰਨੈਸ਼ਨਲ ਲੈਂਗੁਏਜ ਬਣ ਗਈ। ਕਿਉਂਕਿ ਕੁਝ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ, ਕਿਉਂਕਿ ਕੁਝ ਸਮੇਂ ਦੇ ਵਿੱਚ ਪਹਿਲਾਂ ਯੂਰਪ ਦੇ ਵਿੱਚ ਉਹ ਆਪਣੀ ਉਹਨਾਂ ਦੀ ਭਾਸ਼ਾ ਸੀ। ਅਗਰ ਕੋਈ ਵੀ ਤੁਸੀਂ ਡਿਗਰੀ ਕਰਨੀ ਆ, ਕੋਈ ਤੁਸੀਂ ਕੋਰਸ ਕਰਨਾ, ਤੇ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ ਆ। ਪਰ ਹੌਲੀ ਹੌਲੀ ਉਹਨਾਂ ਨੇ ਆਪਣੀ ਇੰਗਲਿਸ਼ ਵਿੱਚ ਬਾਣਨੀ ਚਾਹੀ, ਪਰ ਇੰਗਲਿਸ਼ ਨੂੰ ਨਹੀਂ ਕਦੀ ਵੀ ਐਕਸੈਪਟ ਨਹੀਂ ਕੀਤਾ ਜਿਹੜੀਆਂ ਪਹਿਲੀਆਂ ਜਨਰੇਸ਼ਨਾਂ ਸੀ। ਪਰ ਨਵੇਂ ਸਮੇਂ ਦੇ ਵਿੱਚ ਕਿਉਂਕਿ ਵਰਲਡ ਜਿਹੜਾ ਆ ਉਹ ਆਵਾਜਾਈ ਦੇ ਸਾਧਨ ਵਧਣ ਦੇ ਕਰਕੇ, ਸਾਡੇ ਬਿਜ਼ਨਸ ਜਿਹੜੇ ਆ ਉਹ ਇੰਟਰਨੈਸ਼ਨਲ ਲੈਵਲ ਦੇ ਹੋਣ ਕਰਕੇ ਸਾਨੂੰ ਉਸ ਇੱਕ ਇੰਟਰਨੈਸ਼ਨਲ ਲੈਂਗੁਏਜ ਦੀ ਲੋੜ ਪੈਣੀ ਸ਼ੁਰੂ ਹੋ ਗਈ। ਤੇ ਉਹਦੇ ਵਾਸਤੇ ਅਸੀਂ ਮਜਬੂਰੀ ਵਾਸਤੇ ਇੰਗਲਿਸ਼ ਨੂੰ ਸਾਨੂੰ ਅਡਾਪਟ ਕਰਨੀ ਪਈ, ਕਿ ਜਿਹੜੀ ਕਿ ਹੁਣ ਯੂਰਪ ਦੇ ਵਿੱਚ, ਜਿਹੜੀ ਕਿ ਅੱਜ ਤੋਂ ਜੇ 20 ਸਾਲ ਪਹਿਲਾਂ ਉਹ ਇਸ ਤਰ੍ਹਾਂ ਨਹੀਂ ਸੀ। 20 ਸਾਲ ਪਹਿਲਾਂ ਇੰਗਲਿਸ਼ ਬਹੁਤ ਘੱਟ ਸੀ, ਪਰ ਅੱਜ ਹਰ ਕਿਸੇ ਯੂਰਪੀਅਨ ਨੂੰ ਵੀ ਇੰਗਲਿਸ਼ ਬਾਰੇ ਨੌਲੇਜ ਹੈ, ਉਹ ਥੋੜ੍ਹੀ ਬਹੁਤੀ ਬੋਲ ਲੈਂਦੇ ਆ। ਹਾਂਜੀ। ਸੋ ਇਸ ਦੇ ਵਿੱਚ ਇੱਕ ਇਹ ਵੀ ਹੋ ਸਕਦਾ ਵੀ ਜੇ ਤੁਸੀਂ ਦੇਖਿਆ ਹੋਊਗਾ, ਫੋਰ ਐਗਜ਼ਾਮਪਲ ਜੇ ਤੁਸੀਂ ਜਿੰਨਾ ਇੰਡੀਵਿਜੂਅਲਿਜ਼ਮ ਲੋਕਾਂ ਨੂੰ ਦਿਓਗੇ ਉਨਾ ਹੀ ਜ਼ਿਆਦਾ ਉਹਨਾਂ ਦੇ ਰੈਵੋਲਿਊਸ਼ਨ ਸ਼ੁਰੂ ਹੋਣੀ ਆ। ਇੰਡੀਆ ਦੇ ਕਾਫੀ ਸਟੇਟ ਹੈਗੇ ਆ, ਹਰ ਇੱਕ ਸਟੇਟ ਦੀ ਆਪਣੀ ਕਲਚਰ ਹੈਗੀ ਆ, ਪਰ ਉਹਨੂੰ ਇੱਕ ਇਕੱਠਾ ਰੱਖਿਆ ਗਿਆ ਆ ਵੀ ਇਕੱਠਾ ਜਿੱਦਾਂ ਸਾਰਿਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਜੇ ਤੁਸੀਂ ਉਹਨੂੰ ਕੰਟਰੀ ਦਿੰਦੇ ਆ। ਸੋ ਜੇ ਆਪਾਂ ਦੇਖਦੇ ਆ ਵੀ ਯੂਰਪ ਨੇ ਵੀ ਸੇਮ ਅਮਰੀਕਾ ਵਾਲੀ ਕਰਨ ਦੀ ਕੋਸ਼ਿਸ਼ ਕੀਤੀ ਆ। ਅਮਰੀਕਾ ਦੇ ਵਿੱਚ ਉਹਨਾਂ ਨੇ ਹਰ ਇੱਕ ਸਟੇਟ ਨੂੰ ਇਹ ਤੁਸੀਂ ਕਿਹਾ ਵੀ ਤੁਸੀਂ ਆਪਣੇ ਲਾਅ ਬਣਾ ਸਕਦੇ ਆ, ਸੇਮ ਤਰੀਕੇ ਜਿੱਦਾਂ ਯੂਰਪ ਦੇ ਵਿੱਚ ਹਰ ਕੰਟਰੀ ਆਪਣਾ ਇੱਕ ਲਾਅ ਬਣਾ ਸਕਦੀ ਹੈ। ਪਰ ਯੂਰਪ ਦੀ ਇੱਕ ਇਹ ਗੱਲ ਤੇ ਸੀ ਵੀ ਯੂਰਪ ਨੇ ਹਰ ਇੱਕ ਕੰਟਰੀ ਨੂੰ ਕੰਟਰੀ ਜਿੱਦਾਂ ਰੱਖਿਆ ਆ, ਪਰ ਓਵਰਆਲ ਸਿਰਫ ਜਿੱਦਾਂ ਇੱਕ ਜਿੱਦਾਂ ਕੰਟੀਨੈਂਟ ਜਿਹਾ ਬਣ ਜਾਂਦਾ ਆ। ਅਮਰੀਕਾ ਦੇ ਵਿੱਚ ਹਰ ਇੱਕ ਸਟੇਟ ਨੂੰ ਸਿਰਫ ਸਟੇਟ ਹੀ ਰੱਖਿਆ, ਜੇ ਉਹਨਾਂ ਨੂੰ ਕੰਟਰੀ ਬਣਾਇਆ ਜਾਂਦਾ। ਯੂਰਪ ਵਾਲਾ ਸੇਮ ਹੋਣਾ ਸੀ, ਜਿਹਦੇ ਵਿੱਚ ਬ੍ਰੈਕਸਿਟ ਹੋ ਰਿਹਾ ਹੈ, ਜਾਂ ਇਹ ਵਾਲੀ ਕੰਟਰੀ ਲੀਵ ਕਰ ਰਹੇ ਆ, ਜਾਂ ਇਹ ਵਾਲੀ ਕੰਟਰੀ ਹੁਣ ਜ਼ਿਆਦਾ ਲੱਗਦਾ ਵੀ ਮੈਂ ਜ਼ਿਆਦਾ ਇੰਡੀਪੈਂਡੈਂਟ ਆ, ਸੋ ਮੈਨੂੰ ਯੂਰਪ ਨੂੰ ਕਾਹਦੇ ਲਈ ਮੈਂ ਟੈਕਸ ਦੇਵਾਂ, ਉਹ ਸੇਮ ਚੀਜ਼। ਅਮਰੀਕਾ ਨੇ ਥੋੜ੍ਹਾ ਜਿਹਾ ਸਮਾਰਟ ਚੱਲਣ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਨੂੰ ਸਿਰਫ ਸਟੇਟ ਹੀ ਰਹਿਣ ਦਿੱਤਾ, ਜਿਹਦੇ ਵਿੱਚ ਹਾਂ ਤੁਸੀਂ ਆਪਣੇ ਲਾਅ ਬਣਾ ਸਕਦੇ, ਪਰ ਜੋ ਯੂਨਾਈਟਿਡ ਸਟੇਟ ਕਹਿ ਰਿਹਾ ਆ ਤੁਸੀਂ ਉਹਦੇ ਖਿਲਾਫ ਨਹੀਂ ਜਾ ਸਕਦੇ। ਸੇਮ ਹੀ ਤਰੀਕੇ ਨਿਊ ਵਰਲਡ ਆਰਡਰ ਦੇ ਨਾਲ ਇੱਦਾਂ ਹੋ ਜਾਊਗਾ ਵੀ ਜਿਹਦੇ ਵਿੱਚ ਇਹ ਜਿਹੜੇ ਆਰਗੇਨਾਈਜੇਸ਼ਨ ਹੈਗੀਆਂ ਆ ਉਹ ਹਾਂ ਹਰ ਇੱਕ ਜਿਹੜੀ ਕੰਟਰੀ ਨੂੰ ਇੱਕ ਸਟੇਟ ਵਾਂਗੂ ਬਣਾਇਆ ਜਾ ਸਕਦਾ ਆ, ਪਰ ਜੋ ਉਹਨਾਂ ਦਾ ਰੂਲ ਚੱਲਦਾ ਆ ਉਹੋ ਹੀ ਚੱਲੂਗਾ। ਸੋ ਉਸ ਦੇ ਵਿੱਚ ਕੁਝ ਆਈਡੀਏ ਲਾਏ ਗਏ ਆ ਵੀ ਕਿਸ ਤਰੀਕੇ ਨਾਲ ਇਹ ਇੱਕ ਪ੍ਰੈਜ਼ੀਡੈਂਟ ਦੀ ਗੱਲ ਸੀਗੀ, ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ, ਪਰ ਅਮਰੀਕਾ ਦਾ ਪ੍ਰੈਜ਼ੀਡੈਂਟ ਸੀ, ਤੁਸੀਂ ਸਰਚ ਕਰਕੇ ਵੀ ਦੇ ਸਕਦੇ ਆ। ਉਸਨੇ ਇਹ ਕਿਹਾ ਸੀਗਾ ਵੀ ਪੂਰੀ ਦੁਨੀਆ ਨੂੰ ਇਕੱਠਾ ਕਰਨਾ ਹੋਵੇ ਤਾਂ ਤੁਹਾਨੂੰ ਉਹ ਇੰਡੀਵਿਜੂਅਲਿਜ਼ਮ ਇਸ ਹਿਸਾਬ ਨਾਲ ਬਣਾਉਣਾ ਪੈਣਾ ਹੈ ਵੀ ਜਿਹਦੇ ਨਾਲ ਤੁਸੀਂ ਪੂਰੀ ਹਿਊਮੈਨਿਟੀ ਨੂੰ ਇੱਕ ਆਪਣਾ ਸਮਝਦੇ ਆ। ਉਸ ਦੇ ਨਾਲ ਇੱਕ ਸਿਰਫ ਫੋਰ ਐਗਜ਼ਾਮਪਲ ਜੇ ਆਊਟਰ ਸਪੇਸ ਤੋਂ ਥ੍ਰੈਟ ਆ ਰਿਹਾ ਆ, ਜੇ ਕੱਲ੍ਹ ਨੂੰ ਸਾਨੂੰ ਨਿਊਜ਼ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਵੀ ਹਾਂ ਏਲੀਅਨਸ ਨੇ ਅਟੈਕ ਕੀਤਾ ਆ, ਤਾਂ ਇੱਦਾਂ ਹੀ ਪੂਰੀ ਦੁਨੀਆ ਨੇ ਇਕੱਠੀ ਹੋ ਜਾਣਾ ਹੈ ਵੀ ਹਾਂ ਆਪਾਂ ਧਰਤੀ ਆ, ਆਪਾਂ ਧਰਤੀ ਨੂੰ ਬਚਾਉਣਾ ਆ ਤੇ ਆਪਾਂ ਉਸ ਦੇ ਖਿਲਾਫ ਆ। ਇਹ ਫੇਕ ਤਰੀਕੇ ਨਾਲ ਵੀ ਬਣਾਇਆ ਜਾ ਸਕਦਾ ਹੈ ਵੀ ਲੋਕਾਂ ਦੇ ਵਿੱਚ ਇਹ ਬਣਨਾ ਸ਼ੁਰੂ ਹੋ ਜਾਵੇ ਤੇ ਉਸ ਤੋਂ ਬਾਅਦ ਵਿੱਚ ਭਾਵੇਂ ਹੋਇਆ ਭਾਵੇਂ ਨਾ ਹੋਇਆ, ਪਰ ਦੁਨੀਆ ਦੇ ਵਿੱਚ ਇਹ ਹੋ ਜਾਂਦਾ ਵੀ ਹਾਂ ਆਪਾਂ ਇੱਕ ਧਰਤੀ ਆ, ਤੇ ਉਸ ਤੋਂ ਬਾਅਦ ਵਿੱਚ ਨਿਊ ਵਰਲਡ ਆਰਡਰ ਹੋਰ ਵੀ ਜ਼ਿਆਦਾ ਸੌਖਾ ਹੋ ਸਕਦਾ। ਇਸ ਦੇ ਬਾਰੇ ਕਈ ਪਲੈਨਿੰਗਾਂ ਕੀਤੀਆਂ, ਕਿਉਂਕਿ ਇਸ ਆਰਗੇਨਾਈਜੇਸ਼ਨ ਦੇ ਵਿੱਚ ਸਿਰਫ ਇਹ ਨਹੀਂ ਵੀ ਇੱਕ ਜਾਂ ਦੋ ਬੰਦੇ ਆ, ਕਾਫੀ ਬੰਦੇ ਆ ਤੇ ਉਹ ਕਾਫੀ ਸਮਾਰਟ ਬੰਦੇ ਆ। ਉਹਨਾਂ ਦਾ ਕੰਮ ਹੀ ਇਹ ਆ ਵੀ ਇਸ ਹਿਸਾਬ ਦਾ ਜਿਹੜੇ ਥਿੰਕਿੰਗ ਕਰਨੇ ਵੀ ਹਾਂ ਵੀ ਸ਼ਾਇਦ ਇਹ ਵਾਲੀ ਪੈਂਡੈਮਿਕ ਕਰਕੇ ਆਪਾਂ ਇਹ ਕੰਟਰੀਆਂ ਨੂੰ ਵੀਕ ਕਰ ਸਕਦੇ ਆ, ਇਸ ਦੇ ਨਾਲ ਇਹਨਾਂ ਦੇ ਪ੍ਰਾਈਸ ਚੱਕ ਸਕਦੇ ਆ, ਜਾਂ ਇਹ ਇੱਦਾਂ ਬਣਾ ਦੇਵੇ ਵੀ ਹਾਂ ਵੀ ਇਕੱਲੀ ਕੰਟਰੀ
ਜੇ ਇੰਡੀਪੈਂਡੈਂਟ ਰਹਿੰਦੀ ਆ ਤਾਂ ਜ਼ਿਆਦਾ ਐਕਸਪੈਂਸਿਵ ਹੋ ਜਾਂਦਾ। ਜੇ ਲੋਕਾਂ ਦੇ ਵਿੱਚ ਇਹ ਬਣ ਜਾਵੇ ਵੀ ਹਾਂ ਜੇ ਆਪਾਂ ਪੂਰੀ ਦੁਨੀਆ ਇੱਕ ਬਣ ਜਾਈਏ, ਇੱਕ ਕੰਟਰੀ ਬਣ ਜਾਈਏ ਤਾਂ ਸਭ ਤੋਂ ਬੈਟਰ ਆ, ਤਾਂ ਉਸ ਦੇ ਨਾਲ ਉਹਨਾਂ ਦਾ ਕੰਮ ਅੱਧਾ ਸੌਖਾ ਹੋ ਜਾਂਦਾ, ਕਿਉਂਕਿ ਫਿਰ ਉਹਨਾਂ ਨੂੰ ਖੁਦ ਇਹ ਪ੍ਰਮੋਟ ਕਰਨ ਦੀ ਬਜਾਏ ਲੋਕਾਂ ਨੇ ਖੁਦ ਹੀ ਕਰਨਾ ਸ਼ੁਰੂ ਹੋ ਜਾਂਦਾ। ਸ਼ਾਇਦ ਇਹ ਇੱਦਾਂ ਹੋ ਸਕਦਾ ਜਿੱਦਾਂ ਫੋਰ ਐਗਜ਼ਾਮਪਲ ਬ੍ਰੈਕਸਿਟ ਜਦੋਂ ਹੋਇਆ, ਸਾਰੀ ਚੀਜ਼ਾਂ ਦੇ ਪ੍ਰਾਈਸ ਵਧਣੇ ਸ਼ੁਰੂ ਹੋ ਗਏ, ਲੋਕੀ ਤੰਗ ਹੋ ਗਏ ਅਤੇ ਹੁਣ ਕਹਿੰਦੇ ਵੀ ਹਾਂ ਬ੍ਰੈਕਸਿਟ ਗਲਤ ਗੱਲ ਸੀ, ਸਾਨੂੰ ਇਕੱਠੇ ਹੀ ਰਹਿਣਾ ਚਾਹੀਦਾ ਸੀਗਾ। ਸੇਮ ਹੀ ਤਰੀਕੇ ਨੂੰ ਪੂਰੀ ਦੁਨੀਆ ਦੇ ਲੈਵਲ 'ਤੇ ਵੀ ਬਣਾ ਸਕਦੇ ਆ, ਜਿਹਦੇ ਵਿੱਚ ਸ਼ਾਇਦ ਜੰਗ ਦੇ ਰਾਹੀਂ ਜਾਂ ਕੋਈ ਹੋਰ ਪੈਂਡੈਮਿਕ ਦੇ ਰਾਹੀਂ ਇੰਨਾ ਕੁ ਵੀਕ ਕੀਤਾ ਜਾ ਸਕਦਾ ਆ, ਜਾਂ ਇਨਫਲੇਸ਼ਨ ਇੰਨੀ ਵਧਾ ਸਕਦੇ ਵੀ ਲੋਕਾਂ ਨੂੰ ਇਹ ਹੋ ਜਾਵੇ ਵੀ ਨਹੀਂ ਸਾਨੂੰ ਇਹਦੀ ਸੋਲੂਸ਼ਨ ਦੀ ਲੋੜ ਹੈ। ਤਾਂ ਸੋਲੂਸ਼ਨ ਸਿਰਫ ਇਹ ਆ ਵੀ ਪੂਰੀ ਵਰਲਡ ਦੀ ਇੱਕ ਇਕੋਨਮੀ ਬਣਾ ਕੇ। ਬਿਲਕੁਲ, ਜਿੱਦਾਂ ਜੇ ਅਸੀਂ ਹੁਣ ਪਿੰਡਾਂ ਦੇ ਵਿੱਚ ਵਿਚਰੇ ਹਾਂ ਤੇ ਇਹ ਆਮ ਜੀ ਕਹਾਵਤ ਸੀਗੀ, ਜੇ ਕੋਈ ਤੁਹਾਡੇ ਪਿੰਡ ਦੀ ਪ੍ਰੋਬਲਮ ਆ ਤੇ ਉਸ ਪ੍ਰੋਬਲਮ ਤੇ ਸਾਰਾ ਪਿੰਡ ਇਕੱਠਾ ਹੋ ਕੇ ਦੂਜੇ ਦੇ ਅਗੇਂਸਟ ਚਲੇ ਜਾਂਦਾ ਸੀਗਾ। ਉਸ ਤਰ੍ਹਾਂ ਅਸੀਂ ਬੇਸ਼ੱਕ ਆਪਸ ਵਿੱਚ ਲੜਦੇ ਝਗੜਦੇ ਰਹੀਏ, ਅਸੀਂ ਆਪਸ ਆਂਢ ਗੁਆਂਢ ਨਾਲ ਸਾਡੇ ਬੈਰ ਵਿਰੋਧ ਚੱਲਦੇ ਰਹਿਣ, ਪਰ ਜਦੋਂ ਮਸਲਾ ਪਿੰਡ ਦਾ ਸੀ ਉਦੋਂ ਪੂਰਾ ਪਿੰਡ ਇਕੱਠਾ ਹੋ ਜਾਂਦਾ ਸੀ। ਇਸੇ ਤਰ੍ਹਾਂ ਜਦੋਂ ਕਿਤੇ ਕੋਈ ਮੁਲਕ ਦੇ ਵਿੱਚ ਪ੍ਰੋਬਲਮ ਸੀ ਤਾਂ ਉੱਥੇ ਸਟੇਟਾਂ ਵਾਈਜ਼ ਜੇ ਮਸਲਾ ਫੋਰ ਐਗਜ਼ਾਮਪਲ ਪੰਜਾਬ 'ਤੇ ਆ ਗਿਆ ਤੇ ਅਸੀਂ ਪੰਜਾਬ ਵਾਲੇ ਸਾਰੇ ਇਕੱਠੇ ਹੁੰਦੇ ਰਹੇ ਹਾਂ ਦੂਜੀ ਸਟੇਟ ਦੇ ਅਗੇਂਸਟ ਜਾਣ ਵਾਸਤੇ। ਸੋ ਉੱਥੇ ਜਿਹੜੇ ਸਾਡੇ ਆਪਸੀ ਬੈਰ ਵਿਰੋਧ ਉਹ ਘੱਟ ਮੁੱਕ ਜਾਂਦੇ ਸੀ, ਪਰ ਉਹ ਸਟੇਟ ਦੇ ਅਗੇਂਸਟ ਅਸੀਂ ਇਕੱਠੇ, ਸਟੇਟ ਵਾਲੇ ਅਸੀਂ ਦੂਸਰੀ ਸਟੇਟ ਦੇ ਅਗੇਂਸਟ ਇਕੱਠੇ ਹੋ ਜਾਈਦਾ ਸੀਗਾ। ਇਸੇ ਤਰ੍ਹਾਂ ਜਿੱਦਾਂ ਹੁਣ ਬਾਹਰ ਆ ਕੇ ਅਸੀਂ ਕੋਈ ਕੱਲ੍ਹ ਨੂੰ ਕੋਈ ਖਬਰ ਆਉਂਦੀ ਆ ਵੀ ਇੰਡੀਅਨ ਭਾਈਚਾਰੇ 'ਤੇ ਕੋਈ ਅਟੈਕ ਹੋਇਆ, ਤੇ ਉੱਥੇ ਅਸੀਂ ਸਾਡੇ ਲੱਖ ਆਪਸ ਵਿੱਚ ਮਤਭੇਦ ਹੋਣ, ਉਹ ਲੱਖ ਮਤਭੇਦ ਦੇ ਹੋਣ ਦੇ ਬਾਵਜੂਦ ਵੀ ਅਸੀਂ ਉਹ ਸਾਰਿਆਂ ਨੇ ਇਕੱਠੇ ਹੋ ਕੇ ਹੀ ਲੜਾਈ ਲੜਨੀ। ਸੋ ਇਸੇ ਤਰ੍ਹਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਜਿਹੜੀ ਚੀਜ਼ ਸਾਨੂੰ ਅੱਜ ਇੰਪੋਸੀਬਲ ਲੱਗਦੀ ਆ ਵੀ ਪੂਰੀ ਦੁਨੀਆ ਨੂੰ ਇਕੱਠੀ ਕਰ ਦੇਣ, ਤੇ ਉਹ ਪੋਸੀਬਲ ਕਰਨ ਵਾਸਤੇ ਜਿਸ ਤਰ੍ਹਾਂ ਤਨਵੀਰ ਸਿੰਘ ਹੁਣੀ ਐਗਜ਼ਾਮਪਲ ਦਿੱਤੀ ਆ ਵੀ ਕੱਲ੍ਹ ਨੂੰ ਕਹਿ ਦੇਣ ਕਿ ਏਲੀਅਨ ਨੇ ਅਟੈਕ ਕਰ ਦਿੱਤਾ ਸਾਡੀ ਧਰਤੀ ਤੇ ਪੂਰੀ ਧਰਤੀ ਇਕੱਠੀ ਵੀ ਹੋ ਸਕਦੀ ਆ। ਹਾਂਜੀ, ਤੁਸੀਂ ਆਪਣੀ ਗੱਲ ਨੂੰ ਕੈਰੀ ਔਨ ਰੱਖਣੀ ਚਾਹੋਗੇ ਜਾਂ? ਹਾਂਜੀ, ਸਿਰਫ ਇਹ ਹੋਣਾ ਚਾਹੀਦਾ ਸੀ ਵੀ ਇਹ ਚੀਜ਼ਾਂ ਸਿਰਫ ਦਿਮਾਗ 'ਚ ਰੱਖਣ ਵਾਲੀਆਂ, ਕਿਉਂਕਿ ਸ਼ਾਇਦ 50 ਸਾਲ ਲੱਗ ਜਾਣ, ਭਾਵੇਂ ਜਿੱਦਾਂ 100 ਸਾਲ ਲੱਗ ਜਾਣ, ਸ਼ਾਇਦ ਹੋਣ ਹੀ ਨਾ, ਪਰ ਇਹ ਐਸੀ ਚੀਜ਼ਾਂ ਆ ਵੀ ਜਿਹਦੇ ਬਾਰੇ ਕੁਝ ਪ੍ਰੂਫ ਲੱਭੇ ਵੀ ਆ ਤੇ ਕੁਝ ਡਾਕੂਮੈਂਟ ਵੀ ਰਿਲੀਜ਼ ਹੋਏ ਤੇ ਕੁਝ ਲੋਕਾਂ ਨੇ ਵੀ ਇਹਦੇ ਬਾਰੇ ਗੱਲ ਕੀਤੀ ਆ, ਪਰ ਉਸ ਦੀ ਸੱਚਾਈ ਸਾਨੂੰ ਅਜੇ ਤੱਕ ਨਹੀਂ ਜਿੱਦਾਂ ਸਾਬਤ ਕਰ ਸਕਦੀ ਹੈ। ਇਹ ਤਾਂ ਕਰਕੇ ਵੀ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਜੋ ਵੀ ਆਪਾਂ ਇੱਥੇ ਗੱਲ ਕਹੀ ਆ ਉਹ 100% ਸੱਚ ਹੈ ਤੇ ਤੁਹਾਨੂੰ ਸਰਵ ਮੰਨਣੀ ਚਾਹੀਦੀ ਹੈ। ਇਹ ਚੀਜ਼ਾਂ ਤੁਹਾਡੇ ਦਿਮਾਗ ਦੇ ਵਿੱਚ ਰੱਖਣੀ ਚਾਹੀਦੀਆਂ ਆ। ਆਪਸ ਦੇ ਵਿੱਚ ਗੱਲਾਂ ਕਰੋ ਤੇ ਆਪਣੇ ਓਪੀਨੀਅਨ ਸ਼ੇਅਰ ਕਰੋ, ਕਿਉਂਕਿ ਇਹ ਓਪੀਨੀਅਨ ਸ਼ੇਅਰ ਕਰਨ ਦੇ ਨਾਲ ਹੀ ਆਪਾਂ ਜਿੱਦਾਂ ਥੋੜ੍ਹੇ ਜਿੱਦਾਂ ਜ਼ਿਆਦਾ ਇਨਫੋਰਮੇਸ਼ਨ ਹਾਸਲ ਕਰ ਸਕਦੇ ਹਾਂ। ਅਗਰ ਜੇ ਅਸੀਂ ਕਿਸੇ ਟੌਪਿਕ 'ਤੇ ਗੱਲ ਕਰਾਂਗੇ ਆਪਸ ਵਿੱਚ ਤਾਂ ਉਸ ਦਾ ਅਸੀਂ ਥੋੜ੍ਹਾ ਜਿਹਾ ਜ਼ਿਆਦਾ ਡੂੰਘਾਈ 'ਚ ਪਹੁੰਚ ਸਕਦੇ ਹਾਂ। ਜਿਸ ਤਰ੍ਹਾਂ ਕਿ ਇੱਕ ਸਿੱਧੀ ਜਿਹੀ ਐਗਜ਼ਾਮਪਲ ਆ, ਕਹਿੰਦੇ ਅਗਰ ਜੇ ਤੁਹਾਡੇ ਕੋਲ ਇੱਕ 100 ਦਾ ਨੋਟ ਆ ਜੇ ਤੇ ਮੇਰੇ ਕੋਲ ਵੀ ਇੱਕ 100 ਦਾ ਨੋਟ ਆ, ਜੇ ਮੈਂ 100 ਦਾ ਨੋਟ ਤੁਹਾਨੂੰ ਦੇ ਦਿੱਤਾ ਤੇ ਤੁਸੀਂ ਆਪਣੇ ਵਾਲਾ ਮੈਨੂੰ ਦੇ ਦਿੱਤਾ ਤੇ ਸਾਡੇ ਕੋਲ ਜਿਹੜੀ ਉਹ ਵੈਲਥ ਉਹ ਸੇਮ ਰਹਿ ਜਾਣੀ ਆ, ਮੇਰੇ ਕੋਲ ਵੀ 100 ਤੇ ਤੁਹਾਡੇ ਕੋਲ ਵੀ 100 ਹੀ ਆ। ਬਟ ਅਗਰ ਜੇ ਤੁਸੀਂ ਗਿਆਨ ਦੀ ਗੱਲ, ਨੌਲੇਜ ਦੀ ਗੱਲ, ਇਨਫੋਰਮੇਸ਼ਨ ਤੁਸੀਂ ਤੁਹਾਡੇ ਕੋਲ ਇੱਕ ਇਨਫੋਰਮੇਸ਼ਨ ਹੈ ਤੇ ਇੱਕ ਮੇਰੇ ਕੋਲ ਹੈ, ਮੈਂ ਆਪਣੇ ਵਾਲੀ ਇਨਫੋਰਮੇਸ਼ਨ ਤੁਹਾਨੂੰ ਦੇਤੀ ਤੇ ਤੁਸੀਂ ਮੈਨੂੰ ਦੇਤੀ, ਉਹਦੇ ਨਾਲ ਤੁਹਾਡੇ ਕੋਲ ਵੀ 2 ਇਨਫੋਰਮੇਸ਼ਨ ਹੋ ਜਾਣੀਆਂ ਤੇ ਮੇਰੇ ਕੋਲ ਵੀ ਹੋ ਜਾਣੀਆਂ। ਸੋ ਸਾਡਾ ਕਹਿਣ ਤੋਂ ਭਾਵ ਵੀ ਇਹਦੇ ਨਾਲ ਇਨਫੋਰਮੇਸ਼ਨ ਸਾਡੇ ਕੋਲ ਜਾਣਕਾਰੀ ਵੱਧਦੀ ਆ। ਸੋ ਲਾਸਟ ਸਵਾਲ, ਕਿਉਂਕਿ ਟਾਈਮ ਇਜਾਜ਼ਤ ਨਹੀਂ ਦੇ ਰਿਹਾ, ਹੋ ਸਕੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਥੋੜ੍ਹਾ ਜਿਹਾ ਕਵਰ ਕਰਨ ਵਾਸਤੇ ਅਗਲੇ ਐਪੀਸੋਡ 'ਚ ਜਾਈਏ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਕਿ ਤੁਹਾਨੂੰ ਲੱਗਦਾ ਕਿ ਜਿਹੜੀ ਰੋਥਸ਼ਾਇਲਡ ਫੈਮਿਲੀ ਆ ਉਹਨਾਂ ਨੇ ਕਹਿੰਦੇ ਜਿਹੜੀ ਕਰੰਸੀ ਸਿਸਟਮ ਉਹਨਾਂ ਤੋਂ ਚੱਲਿਆ, ਤੇ ਜਿਹੜੀ ਡਿਜੀਟਲ ਕਰੰਸੀ ਅੱਜ ਕੱਲ੍ਹ ਚੱਲ ਰਹੀ ਹੈ ਜਿਹਨੂੰ ਅਸੀਂ ਕ੍ਰਿਪਟੋ ਕਰੰਸੀ ਵਗੈਰਾ ਕਹਿੰਦੇ ਆ, ਕਿ ਤੁਹਾਨੂੰ ਜਾਂ ਤੁਸੀਂ ਕਿਤੇ ਪੜ੍ਹਿਆ ਹੋਵੇ ਜਾਂ ਕਿਤੇ ਤੁਹਾਨੂੰ ਇਹਦੇ ਬਾਰੇ ਇਨਫੋਰਮੇਸ਼ਨ ਹੋਵੇ, ਕਿਤੇ ਇਹ ਵੀ ਕਰੰਸੀ ਇਹ ਉਹਨਾਂ ਦੀ ਹੀ ਦੇਣ ਤਾਂ ਨਹੀਂ ਤੇ ਜਾਂ ਕੁਛ ਇਹਦਾ ਹੋ ਰਿਹਾ। ਤੇ ਬਾਕੀ ਇਸ ਵਿਸ਼ੇ ਤੇ ਮੈਂ ਕੋਸ਼ਿਸ਼ ਹੋਊਗੀ ਕਿ ਇੱਕ ਆਪਾਂ ਪ੍ਰੋਗਰਾਮ ਕ੍ਰਿਪਟੋ ਕਰੰਸੀ ਦੇ ਵੀ ਕੀਤਾ ਜਾਵੇ, ਕਿਉਂਕਿ ਇਹ ਵੀ ਇੱਕ ਅੱਜ ਕੱਲ੍ਹ ਦੇ ਸਮੇਂ ਤੇ ਇੱਕ ਬਹੁਤ ਭਖਿਆ ਮੁੱਦਾ ਆ, ਕਿਉਂਕਿ ਆਮ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ, ਪਰ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਇਹਨਾਂ ਬਾਰੇ ਜਾਣਕਾਰੀ ਰੱਖਦੇ ਆ। ਕਿ ਮੇਰਾ ਸਵਾਲ ਸੀ ਕਿ ਇਹਦਾ ਵੀ ਕਿਤੇ ਕੋਈ ਲਿੰਕ ਉਹਨਾਂ ਫੈਮਲੀਆਂ ਦੇ ਨਾਲ ਤਾਂ ਨਹੀਂ ਜੁੜਦਾ?
ਸੋ ਜਿਹੜੀ ਪਹਿਲੀ ਕ੍ਰਿਪਟੋ ਕਰੰਸੀ ਸੀਗੀ ਤੇ ਬਾਕੀ ਮੈਂ ਜਿਹੜੀ ਫੁੱਲ ਇਨਫੋਰਮੇਸ਼ਨ ਵੀ ਕ੍ਰਿਪਟੋ ਕਰੰਸੀ ਚੱਲਦੀ ਕਿੱਦਾਂ ਹੈ ਤੇ ਇਹਦੇ ਜਿਹੜਾ ਸਾਰਾ ਕੁਝ ਆਪਾਂ ਉਸ ਐਪੀਸੋਡ ਵਿੱਚ ਵਾਲੇ ਪ੍ਰੋਗਰਾਮ ਦੇ ਵਿੱਚ, ਪਰ ਜਿਹੜੀ ਪਹਿਲੀ ਕ੍ਰਿਪਟੋ ਕਰੰਸੀ 1990s ਵਿੱਚ ਸ਼ੁਰੂ ਹੋਈ ਸੀਗੀ। ਸੋ ਜੇ ਆਪਾਂ ਦੇਖਾਂਗੇ ਵੀ ਜਦੋਂ ਤੁਸੀਂ ਜਿੱਦਾਂ ਗੱਲ ਕਹੀ ਸੀਗੀ ਵੀ ਨਿਊ ਵਰਲਡ ਆਰਡਰ ਦੇ ਵਿੱਚ ਜਿਹਦੇ ਵਿੱਚ ਵੀ ਪੂਰੀ ਦੁਨੀਆ ਇੱਕ ਹੀ ਕੰਟਰੀ ਬਣ ਜਾਂਦੀ ਆ ਤਾਂ ਉਹਦੇ ਵਿੱਚ ਇੱਕ ਹੀ ਲੈਂਗੁਏਜ ਜਿਹੜੀ ਜਿੱਦਾਂ ਇੰਗਲਿਸ਼ ਹੀ ਹੋਊਗੀ ਤਾਂ ਉਸ ਦੇ ਵਿੱਚ ਕਰੰਸੀ ਵੀ ਕਿਹੜੀ ਵਰਤਾਂਗੇ ਵੀ ਆਪਾਂ US ਡਾਲਰ ਰੱਖਾਂਗੇ, GBP ਰੱਖਾਂਗੇ, ਪਾਉਂਡ ਰੱਖਾਂਗੇ, ਕਿਹੜਾ ਰੱਖਾਂਗੇ। ਤਾਂ ਉਸ ਦੇ ਵਿੱਚ ਇਹ ਹੋ ਸਕਦਾ ਹੈ ਵੀ ਜਿਹੜਾ ਬਿਟਕੋਇਨ ਅੱਜ ਕੱਲ੍ਹ ਚੱਲ ਰਿਹਾ ਆ ਕਿਉਂਕਿ ਬਿਟਕੋਇਨ ਦਾ ਵੀ ਪਤਾ ਨਹੀਂ ਵੀ ਕਿੱਥੇ ਤੋਂ ਸ਼ੁਰੂ ਹੋਇਆ ਆ, ਸ਼ਾਇਦ ਉਹ ਇੱਕ ਨਵੀਂ ਨਾਲ ਉਹਦਾ ਪਿਛੋਕੜ ਜੋੜਦਾ ਉਹ ਇੱਕ ਕਰੰਸੀ ਜਿਹਦਾ ਪੂਰੀ ਵਰਲਡ ਦੀ ਬਣ ਸਕਦੀ ਆ ਜਿਹਦੇ ਨਾਲ ਵੀ ਇੱਕ ਯੂਨਾਈਟ ਬਣ ਸਕਦਾ। ਠੀਕ ਹੈ ਜੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਵਿਸ਼ੇ ਨੂੰ ਹਜੇ ਥੋੜਾ ਕੰਟੀਨਿਊ ਰੱਖੀਏ ਤੇ ਥੋੜਾ ਜਿਹਾ ਕਲੀਅਰ ਕਰ ਸਕੀਏ ਤੇ ਉਸ ਤੋਂ ਇਲਾਵਾ ਅਸੀਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕ੍ਰਿਪਟੋ ਕਰੰਸੀ ਬਾਰੇ ਵੀ ਗੱਲਬਾਤ ਕਰਾਂਗੇ। ਸੋ ਇਸੇ ਦੇ ਨਾਲ ਆਪਾਂ ਟਾਈਮ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ ਤੇ ਸਾਨੂੰ ਇਜਾਜ਼ਤ ਲੈਣੀ ਪੈਣੀ ਆ। ਦਿਓ ਇਜਾਜ਼ਤ ਜੀ, ਆਪਣਾ ਰੱਖਿਓ ਖਿਆਲ। ਮਿਲਦੇ ਹਾਂ ਅਗਲੇ ਹਫਤੇ ਸੇਮ ਸਮੇਂ ਤੇ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।